Hello students, today our topic is faults. ਇਹਦੇ ਵਿੱਚ ਆਪਾਂ ਦੋ ਟੌਪਿਕ ਸਬ ਟੌਪਿਕ ਜਿਹੜੇ ਆਪਾਂ ਡਿਸਕਸ ਕਰਨੇ ਆ। ਪਹਿਲਾ ਹੈ ਟਾਈਪਸ ਆਫ ਫਾਲਟਸ ਇਨ ਓਵਰਹੈਡ ਪਾਵਰ ਸਿਸਟਮ ਤੇ ਦੂਜਾ ਹੈ ਫਾਲਟਸ ਇਨ ਅੰਡਰਗਰਾਊਂਡ ਕੇਬਲਸ। ਮਤਲਬ ਇੱਕ ਤਾਂ ਆਪਾਂ ਓਵਰਹੈਡ ਸਿਸਟਮ ਯੂਜ਼ ਕਰਦੇ ਹਾਂ, ਜਿੱਦਾਂ ਕਿ ਖੰਭੇ ਦੇ ਉੱਤੋਂ ਦੀ ਤਾਰਾਂ ਆਪਾਂ ਬਾਹਰੋਂ ਬਾਹਰ ਲੈ ਕੇ ਜਾਂਦੇ, ਜਿਹਨੂੰ ਆਪਾਂ ਕਹਿੰਦੇ ਟਰਾਂਸਮਿਸ਼ਨ ਆ ਚਾਹੇ ਡਿਸਟ੍ਰੀਬਿਊਸ਼ਨ ਆ। ਇਹ ਹੋ ਗਈ ਓਵਰਹੈਡ ਲਾਈਨਸ ਤੇ ਦੂਜੀ ਹੈ ਕੇਬਲਸ, ਜਿਹੜੀਆਂ ਅੰਡਰਗਰਾਊਂਡ ਕੇਬਲਸ ਆਪਾਂ ਪਾਉਂਦੇ ਆ। ਉਹ ਜਿਹੜੀਆਂ ਕੇਬਲਸ ਆ ਉਹ ਆਪਾਂ ਕਿਸ ਤਰ੍ਹਾਂ ਮਤਲਬ ਫਾਲਟਸ ਜਿਹੜੇ ਉਹਨਾਂ 'ਚ ਡਿਟੈਕਟ ਕਰਨੇ ਆ, ਜਾਂ ਕਿਹੜੇ ਫਾਲਟਸ ਕਿਹੜੇ ਫਾਲਟਸ ਜਿਹੜੇ ਆ ਉਹ ਪੈਂਦੇ ਹੈਗੇ। ਠੀਕ ਹੈ, ਇਹ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ। ਹੁਣ ਟਾਈਪਸ ਆਫ ਫਾਲਟਸ ਇਨ ਓਵਰਹੈਡ ਪਾਵਰ ਸਿਸਟਮ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ। ਪਹਿਲਾ ਟੌਪਿਕ ਜਿਹੜਾ ਹੈ ਉਹਦਾ ਸਬ ਟੌਪਿਕ ਉਹ ਹੈ ਓਪਨ ਸਰਕਟ ਫਾਲਟਸ। ਮਤਲਬ ਜਿਹੜੇ ਆਪਣਾ ਓਵਰਹੈਡ ਸਿਸਟਮ ਚੱਲਦਾ ਆ ਉਹਦੇ ਵਿੱਚ ਓਪਨ ਸਰਕਟ ਫਾਲਟ ਪੈ ਸਕਦਾ। ਓਪਨ ਸਰਕਟ ਫਾਲਟ ਕੀ ਹੁੰਦਾ ਆਪਾਂ ਹੁਣ ਦੇਖੋ ਪੜ੍ਹਦੇ ਹਾਂ। ਕਹਿੰਦਾ ਦਾ ਓਪਨ ਸਰਕਟ ਫਾਲਟ ਮੇਨਲੀ ਅਕਰਸ ਬਿਕੋਜ਼ ਆਫ ਦਾ ਫੇਲੀਅਰ ਆਫ 1 or 2 ਕੰਡਕਟਰਸ। ਮਤਲਬ ਕੋਈ ਵੀ ਇੱਕ ਜਾਂ ਦੋ ਕੰਡਕਟਰ ਕਿਸੇ ਕਾਰਨ ਕਰਕੇ ਬ੍ਰੇਕ ਹੋ ਜਾਣ, ਮਤਲਬ ਜਿੱਦਾਂ ਉਹਨਾਂ ਦਾ ਫੇਲ ਹੋ ਜਾਏ ਕੋਈ ਸਿਸਟਮ ਇੱਕ ਕੰਡਕਟਰ ਦਾ ਜਾਂ ਦੋਵਾਂ ਦਾ ਜਾਂ ਤਿੰਨਾਂ ਦਾ, ਤਾਂ ਉਹਨੂੰ ਆਪਾਂ ਕਹਿੰਦੇ ਓਪਨ। ਮਤਲਬ ਤਾਰ ਦਾ ਟੁੱਟ ਜਾਣਾ। ਕੋਈ ਜਿਹੜੀ ਆਪਾਂ ਤਾਰ ਟਰਾਂਸਮਿਸ਼ਨ ਲੈਂਦੀ ਆ ਜਾਂ ਡਿਸਟ੍ਰੀਬਿਊਸ਼ਨ ਲੈਂਦੀ ਆ, ਉਹ ਤਾਰ ਬ੍ਰੇਕ ਹੋ ਜਾਵੇ, ਟੁੱਟ ਜਾਵੇ ਕਿਸੇ ਕਾਰਨ ਕਰਕੇ, ਜਾਂ ਵਿੱਚੋਂ ਓਪਨ ਹੋ ਜਾਵੇ, ਤੁਹਾਨੂੰ ਆਪਾਂ ਓਪਨ ਸਰਕਟ ਟੈਸਟ ਕਹਿੰਦੇ ਹੈਗੇ। ਕਹਿੰਦਾ ਤਾਂ ਓਪਨ ਸਰਕਟ ਫਾਲਟ ਟੇਕਸ ਪਲੇਸ ਇਨ ਸੀਰੀਜ਼ ਵਿਦ ਦਾ ਲਾਈਨ। ਹੁਣ ਜੋ ਕਿਉਂਕਿ ਨੈਚੁਰਲ ਹੈ ਕਿ ਉਹ ਜਿਹੜਾ ਵਾਇਰ ਆ ਉਹਦੇ ਥਰੂ ਦੀ ਕਰੰਟ ਜਾ ਰਿਹਾ, ਸਪਲਾਈ ਜਾ ਰਹੀ ਹੈ, ਤਾਂ ਜਦੋਂ ਗੱਭਿਓਂ ਬ੍ਰੇਕ ਹੋਏਗੀ ਤਾਂ ਸੀਰੀਜ਼ ਜਿਹੜੀ ਉਹਦੀ ਟੁੱਟ ਜਾਏਗੀ। ਇਸ ਕਰਕੇ ਉਹਨੂੰ ਆਪਾਂ ਕਹਿੰਦੇ ਹਾਂ ਕਿ ਜਿਹੜਾ ਸਰਕਟ ਹੈ ਇਹ ਸੀਰੀਜ਼ ਦੇ ਵਿੱਚ ਹੁੰਦਾ ਹੈਗਾ। ਐਂਡ ਬਿਕੋਜ਼ ਆਫ ਦਿਸ ਇਟ ਇਜ਼ ਆਲਸੋ ਕਾਲਡ ਦਾ ਸੀਰੀਜ਼ ਫਾਲਟ। ਤਾਂ ਇਸ ਕਰਕੇ ਉਹਨੂੰ ਆਪਾਂ ਸੀਰੀਜ਼ ਫਾਲਟ ਵੀ ਕਹਿ ਸਕਦੇ ਹਾਂ, ਵੀ ਸੀਰੀਜ਼ ਦੇ ਵਿੱਚ ਪਿਆ ਸਰਕਟ ਦੇ। ਪੈਰਲਲ ਦਾ ਇਹਦਾ ਕੋਈ ਲਿੰਕ ਨਹੀਂ, ਸੀਰੀਜ਼ ਟੁੱਟ ਜਾਂਦੀ ਹੈਗੀ ਹੈ। ਜੇ ਸੀਰੀਜ਼ ਦੇ ਵਿੱਚ ਸਰਕਟ ਚੱਲ ਰਿਹਾ, ਕੋਈ ਵਿੱਚ ਵਾਇਰ ਬ੍ਰੇਕ ਹੋ ਜਾਏਗੀ ਤਾਂ ਨੈਚੁਰਲ ਸੀਰੀਜ਼ ਜਿਹੜੀ ਉਹਦੀ ਟੁੱਟ ਜਾਏਗੀ। ਕਹਿੰਦੇ ਸੱਚ ਟਾਈਪ ਆਫ ਫਾਲਟਸ ਅਫੈਕਟ ਦਾ ਰਿਲਾਇਬਿਲਿਟੀ ਆਫ ਦਾ ਸਿਸਟਮ। ਨੈਚੁਰਲ ਆ ਕੇ ਸਿਸਟਮ ਨੂੰ ਅਫੈਕਟ ਕਰਦੇ ਹੈਗੇ ਆ ਇਹੋ ਜਿਹੇ ਜਿਹੜੇ ਆਪਣਾ ਫਾਲਟਸ ਹੁੰਦੇ ਹੈਗੇ ਆ। ਕਹਿੰਦਾ ਤਾਂ ਓਪਨ ਸਰਕਟ ਫਾਲਟ ਇਜ਼ ਕੈਟਰਾਈਜ਼ਡ ਐਜ਼ ਕਿਹੜਾ ਕੈਟਰਾਈਜ਼ ਹੈਗੀਆਂ ਇਹਦੀਆਂ। ਦੇਖੋ ਪਹਿਲੀ ਕੈਟਾਗਰੀ ਹੈ 1 ਕੰਡਕਟਰ ਓਪਨ ਫਾਲਟ, ਮਤਲਬ ਕੋਈ ਇੱਕ ਕੰਡਕਟਰ ਓਪਨ ਹੋ ਜਾਵੇ ਕਿਸੇ ਕਾਰਨ ਕਰਕੇ। ਫਿਰ ਦੂਜਾ ਹੈ 2 ਕੰਡਕਟਰਸ ਓਪਨ, ਫਿਰ ਜਾਂ ਕੋਈ 2 ਹੋ ਜਾਣ ਜਾਂ 3 ਹੋ ਜਾਣ, 3 ਕੰਡਕਟਰਸ ਓਪਨ ਫਾਲਟ। ਕਹਿੰਦਾ ਓਪਨ ਸਰਕਟ ਫਾਲਟ ਇਜ਼ ਸ਼ੋਨ ਇਨ ਦਾ ਫਿਗਰ ਔਨ ਨੈਕਸਟ ਪੇਜ। ਆਪਾਂ ਅਗਲੇ ਪੇਜ 'ਤੇ ਉਹਨਾਂ ਦੀ ਫਿਗਰ ਦੇਖਦੇ ਹਾਂ। ਹੁਣ ਦੇਖੋ ਇੱਕ ਡਾਇਗਰਾਮ ਦਿਖਾਈ ਹੈ, ਇਹਦੇ ਵਿੱਚ ਤਿੰਨੇ ਜਿਹੜੇ ਆ ਫਾਲਟਸ ਦੇ ਮਤਲਬ ਦਿਖਾਈ ਹੈਗੇ ਡਾਇਗਰਾਮਸ। ਪਹਿਲੀ ਹੈ ਸਿੰਗਲ ਫੇਸ 1 ਕੰਡਕਟਰ, ਫਿਰ 2 ਫੇਸ ਓਪਨ ਕੰਡਕਟਰ, ਫਿਰ 3 ਫੇਸ ਓਪਨ ਕੰਡਕਟਰ। ਤਿੰਨ ਡਾਇਗਰਾਮਸ ਆ। ਤਿੰਨਾਂ ਵਿੱਚ ਪਹਿਲੀ ਡਾਇਗਰਾਮ 'ਚ ਇੱਕ ਕੰਡਕਟਰ ਦੇਖੋ ਲਾਲ ਵਾਲਾ ਓਪਨ ਕੀਤਾ ਹੋਇਆ, ਫਿਰ ਦੂਜੀ ਡਾਇਗਰਾਮ ਵਿੱਚ ਲਾਲ ਅਤੇ ਪਰਪਲ ਕਲਰ ਦੋਨੇ ਓਪਨ ਕਰ ਦਿੱਤੇ ਹੋਏ ਆ, ਅਤੇ ਤੀਜੀ ਵਿੱਚ ਯੈਲੋ ਵੀ ਓਪਨ ਕਰਤਾ। ਮਤਲਬ ਤਿੰਨੇ ਜਿਹੜੇ ਕੰਡਕਟਰ ਓਪਨ ਹੋ ਗਏ, ਸੀਰੀਜ਼ ਜਿਹੜੀ ਟੁੱਟ ਗਈ। ਇਸ ਤਰ੍ਹਾਂ ਇਹ ਓਪਨ ਸਰਕਟ ਫਾਲਟ ਜਿਹੜੇ ਆ ਇਹ ਮਤਲਬ ਲਾਈਨ ਦੇ ਵਿੱਚ ਪੈ ਸਕਦੇ ਆ। ਕਿਸੇ ਕਾਰਨ ਕਰਕੇ ਵੀ ਪੈਣ ਉਹ ਅਲੱਗ ਇਸ਼ੂ ਆ, ਬਟ ਜਦੋਂ ਕੋਈ ਤਾਰ ਬ੍ਰੇਕ ਹੋ ਗਈ ਤਾਂ ਉਹਨੂੰ ਆਪਾਂ ਓਪਨ ਸਰਕਟ ਫਾਲਟ ਕਹਿੰਦੇ ਹੈਗੇ। ਹੁਣ ਦੇਖੋ ਸੈਕਿੰਡ ਹੈ ਸ਼ਾਰਟ ਸਰਕਟ ਫਾਲਟਸ। ਪਹਿਲਾਂ ਆਪਾਂ ਪੜ੍ਹਿਆ ਓਪਨ ਸਰਕਟ ਫਾਲਟ, ਹੁਣ ਸ਼ਾਰਟ ਸਰਕਟ ਫਾਲਟਸ। ਇਹ ਕੀ ਹੁੰਦੇ ਆ? ਕਹਿੰਦਾ ਦੇਖੋ ਇਨ ਦਿਸ ਟਾਈਪ ਆਫ ਫਾਲਟਸ ਦਾ ਕੰਡਕਟਰਸ ਆਫ ਦਾ ਡਿਫਰੈਂਟ ਫੇਜ਼ਿਸ ਕਮ ਇਨ ਟੂ ਕੰਟੈਕਟ ਵਿਦ ਈਚ ਅਦਰ with a power line, power transformer or any other circuit element due to which a large current flow in 1 or 2 phases of the system। ਮਤਲਬ ਕਹਿੰਦੇ ਇਸ ਟਾਈਪ ਦੇ ਫਾਲਟ ਦੇ ਵਿੱਚ ਇੱਕ ਜਾਂ ਦੋ ਫੇਸਿਸ ਜਿਹੜੇ ਆ ਉਹ ਆਪਸ ਦੇ ਵਿੱਚ ਟਰਾਂਸਫਾਰਮਰ ਦੇ ਨਾਲ ਦੀ ਬੋਡੀ ਦੇ ਨਾਲ ਜਾਂ ਕਿਸੇ ਵੀ ਹੋਰ ਐਲੀਮੈਂਟ ਦੇ ਨਾਲ ਜਦੋਂ ਟੱਚ ਕਰ ਜਾਣ ਅਤੇ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਹੈਵੀ ਕਰੰਟ ਫਲੋ ਕਰੇ, ਉਸ ਕੇਸ ਨੂੰ ਆਪਾਂ ਸ਼ਾਰਟ ਸਰਕਟ ਫਾਲਟ ਕਹਿ ਦਿੰਦੇ ਹਾਂ। ਮਤਲਬ ਜਦ ਇੱਕ ਕੰਡਕਟਰ ਅਰਥ ਨਾਲ ਸ਼ਾਰਟ ਹੋ ਗਿਆ, ਜਾਂ ਇੱਕ ਕੰਡਕਟਰ ਦੂਜੇ ਕੰਡਕਟਰ ਨਾਲ ਸ਼ਾਰਟ ਹੋ ਗਿਆ, ਜਾਂ ਤਿੰਨੇ ਕੰਡਕਟਰ ਆਪਸ ਸ਼ਾਰਟ ਹੋ ਗਏ। ਮਤਲਬ ਕੋਈ ਵੀ ਐਸਾ ਫਾਲਟ ਪੈਂਦਾ ਆ ਜਿਹਦੇ ਨਾਲ ਕਿ ਬਹੁਤ ਹੀ ਹੈਵੀ ਕਰੰਟ ਜਿਹੜਾ ਲਾਈਨਸ ਦੇ ਵਿੱਚ ਫਲੋ ਕਰਨ ਲੱਗ ਪੈਂਦਾ, ਦੈਟ ਇਜ਼ ਕਾਲਡ ਸ਼ਾਰਟ ਸਰਕਟ ਫਾਲਟ। ਕਹਿੰਦਾ ਦਾ ਸ਼ਾਰਟ ਸਰਕਟ ਫਾਲਟ ਇਜ਼ ਡਿਵਾਈਡਡ ਇਨਟੂ ਸਿਮੈਟ੍ਰੀਕਲ ਐਂਡ ਅਨਸਿਮੈਟ੍ਰੀਕਲ ਫਾਲਟਸ। ਹੁਣ ਜਿਹੜੇ ਆ ਦੋ ਤਰ੍ਹਾਂ ਦੇ ਫਾਲਟਸ ਹੁੰਦੇ ਆ, ਇੱਕ ਹੁੰਦਾ ਸਿਮੈਟ੍ਰੀਕਲ ਅਤੇ ਦੂਜਾ ਹੁੰਦਾ ਅਨਸਿਮੈਟ੍ਰੀਕਲ। ਮਤਲਬ ਸਿਮੈਟ੍ਰੀਕਲ ਫਾਲਟਸ ਉਹ ਹੁੰਦੇ ਆ ਜਿਹਦੇ ਵਿੱਚੋਂ ਜਦੋਂ ਫਾਲਟ ਪਵੇ ਤਾਂ ਜਿਹੜੇ ਕੰਡਕਟਰਸ ਨੇ 3 ਫੇਸ ਸਪਲਾਈ ਆ, ਉਹਨਾਂ ਤਿੰਨਾਂ ਕੰਡਕਟਰ ਦੇ ਵਿੱਚੋਂ ਦੀ ਬਰਾਬਰ ਦਾ ਕਰੰਟ ਫਲੋ ਕਰੇ, ਜਿਹੜਾ ਫਾਲਟ ਕਰੰਟ ਆ ਉਹ ਬਰਾਬਰ ਫਲੋ ਕਰੇ। ਅਤੇ ਦੂਜੇ ਹੁੰਦੇ ਅਨਸਿਮੈਟ੍ਰੀਕਲ, ਵੀ ਜਦੋਂ ਫਾਲਟ ਪਿਆ ਲੇਕਿਨ ਉਸ ਫਾਲਟ ਦੇ ਵਿੱਚ ਜਿਹੜਾ ਫਾਲਟ ਕਰੰਟ ਆ ਕਿਸੇ ਇੱਕ ਕੰਡਕਟਰ ਦੇ ਵਿੱਚ ਫਲੋ ਕਰ ਜੇ, ਬਾਕੀ ਦੇ ਦੋ ਕੰਡਕਟਰ ਨਾਰਮਲ ਕਰੰਟ ਫਲੋ ਕਰੇ। ਹੁਣ ਹੈ ਦੇਖੋ ਸਿਮੈਟ੍ਰੀਕਲ ਫਾਲਟ। ਸਿਮੈਟ੍ਰੀਕਲ ਫਾਲਟਸ ਜਿਹੜੇ ਆ ਕਹਿੰਦਾ ਤਾਂ ਫਾਲਟਸ ਵਿੱਚ ਇਨਵੋਲਵ ਆਲ ਦਾ 3 ਫੇਜ਼ਿਸ ਇਜ਼ ਨੋਨ ਐਜ਼ ਸਿਮੈਟ੍ਰੀਕਲ ਫਾਲਟ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਸਿਮੈਟ੍ਰੀਕਲ ਫਾਲਟਸ ਹੁੰਦੇ ਆ ਇਹਦੇ ਵਿੱਚ ਜਿਹੜੇ 3 ਫੇਜ਼ ਸਪਲਾਈ 'ਚ ਅਗਰ ਫਾਲਟ ਪੈਂਦਾ ਤਾਂ ਤਿੰਨੇ ਫੇਜ਼ਿਸ ਜਿਹੜੇ ਆ ਉਹ ਇਨਵੋਲਵ ਹੁੰਦੇ ਆ ਸਿਮੈਟ੍ਰੀਕਲ ਫਾਲਟਸ ਦੇ ਵਿੱਚ।
ठीक है। सच टाइप ऑफ फॉल्ट्स मेन बैलेंस्ड ਈਵਨ ਆਫਟਰ ਦਾ ਫॉल्ट। ਹੁਣ ਮੰਨ ਲਓ ਕਿ ਬੈਲੈਂਸ ਕਰੰਟ ਫਲੋ ਕਰ ਰਿਹਾ ਲਾਈਨਸ ਦੇ ਵਿੱਚੋਂ, ਸਾਡਾ ਸਿਸਟਮ ਨੋਰਮਲ ਚੱਲਦਾ ਪਿਆ, ਬਟ ਮੰਨ ਲਓ ਕਿਸੇ ਕਾਰਨ ਕਰਕੇ ਉਹ 'ਚ ਸਿਮੈਟ੍ਰੀਕਲ ਫॉल्ट ਪੈ ਗਿਆ ਔਰ ਤਿੰਨੇ ਜਿਹੜੀਆਂ ਵਾਇਰਸ ਆ ਉਹ ਆਪਸ ਵਿੱਚ ਸ਼ਾਰਟ ਸਰਕਟ ਹੋ ਗਈਆਂ। ਉਸ ਕੇਸ ਦੇ ਵਿੱਚ ਵੀ ਕਹਿੰਦਾ ਜਿਹੜਾ ਕੰਡਕਟਰਸ ਆ ਉਹਨਾਂ ਦਾ ਜਿਹੜਾ ਬੈਲੈਂਸ ਹੈ, ਬੈਲੈਂਸ ਕਰੰਟ ਜਿਹੜਾ ਉਹ ਸਾਰਿਆਂ ਤਿੰਨਾਂ 'ਚੋਂ ਮਤਲਬ ਬਰਾਬਰ ਕਰੰਟ ਫਲੋ ਕਰੂਗਾ। ਸਿਮੈਟ੍ਰੀਕਲ ਫॉल्ट ਜਿਹੜਾ ਉਹ ਇਸ ਤਰ੍ਹਾਂ ਦਾ ਹੁੰਦਾ। ਕਹਿੰਦਾ ਦ ਸਿਮੈਟ੍ਰੀਕਲ ਫॉल्ट्स ਮੇਨਲੀ ਅਕਰਸ ਐਟ ਦਾ ਟਰਮੀਨਲ ਆਫ ਦਾ ਜਨਰੇਟਰ ਟਰਮੀਨਲ ਦੇ ਉੱਤੇ ਮੋਸਟਲੀ ਕਹਿੰਦਾ ਇਹ ਫॉल्ट ਜਿਹੜਾ ਪੈਂਦਾ ਹੈਗਾ। ਦ ਫॉल्ट ਔਨ ਦਾ ਸਿਸਟਮ ਮੇ ਰਾਈਜ਼ ਔਨ ਅਕਾਊਂਟ ਆਫ ਰੈਜ਼ਿਸਟੈਂਸ ਆਫ ਆਰਕ ਬਿਟਵੀਨ ਦਾ ਕੰਡਕਟਰ ਐਂਡ ਡਿਊ ਟੂ ਦਾ ਲੋਅਰ ਫੁਟਿੰਗ ਰੈਜ਼ਿਸਟੈਂਸ। ਮਤਲਬ ਕਹਿੰਦਾ ਇਹ ਜਿਹੜਾ ਆ ਫॉल्ट ਮੋਸਟਲੀ ਤਾਂ ਪੈਂਦੇ ਆ ਜਦੋਂ ਕੰਡਕਟਰ ਦੇ ਅਤੇ ਫੁੱਟ ਜਿਹੜਾ ਆ ਕੋਈ ਵੀ ਜਿਹੜਾ ਮਤਲਬ ਥੱਲਾ ਅਰਥ ਪਾਰਟ ਹੈਗਾ ਉਹਦੇ 'ਚ ਕੰਡਕਟਰ ਜਦੋਂ ਸ਼ਾਰਟ ਹੋ ਜਾਂਦੇ ਹੈਗੇ ਆ। The symmetrical fault in subcategories, the symmetrical fault is subcategories into line to line to line। मतलब ਤਿੰਨੇ ਲਾਈਨਸ ਜਿਹੜੀਆਂ ਆ ਉਹ ਆਪਸ ਸ਼ਾਰਟ ਸਰਕਟ ਹੋ ਜਾਣ ਐਂਡ 3 ਫੇਜ਼ ਲਾਈਨ ਟੂ ਗਰਾਊਂਡ ਫਾਲਟਸ, ਜਾਂ ਤਿੰਨੇ ਫੇਜ਼ਸ ਜਿਹੜੇ ਆ ਉਹ ਗਰਾਊਂਡ ਦੇ ਨਾਲ ਸ਼ਾਰਟ। ਮਤਲਬ ਦੋ ਤਰ੍ਹਾਂ ਦਾ ਫਾਲਟ ਹੋ ਗਿਆ ਨਾ, ਇੱਕ ਹੋ ਗਿਆ ਤਿੰਨੇ ਫੇਜ਼ ਆਪਸ 'ਚ ਜੁੜ ਗਏ। ਹੁਣ ਮੰਨ ਲਓ ਤਿੰਨ ਫੇਜ਼ ਨੇ, ਤਿੰਨੇ ਆਪਸ 'ਚ ਜੁੜ ਗਏ ਤਾਂ ਨੈਚੁਰਲ ਆ ਬੈਲੈਂਸ ਕਰੰਟ ਫਲੋ ਕਰੇਗਾ, ਭਾਵੇਂ ਸ਼ਾਰਟ ਸਰਕਟ ਕਰੰਟ ਫਲੋ ਕਰੇ ਪਰ ਬੈਲੈਂਸ ਕਰੰਟ ਫਲੋ ਕਰੂਗਾ। ਹਾਂ, ਜਾਂ ਦੂਜਾ ਹੈ ਕਿ ਤਿੰਨੇ ਕੰਡਕਟਰ ਜਿਹੜੇ ਆ ਉਹ ਅਰਥ ਨਾਲ ਸ਼ਾਰਟ ਹੋ ਗਏ, ਤਦ ਵੀ ਮਤਲਬ ਪਹਿਲੇ ਵਿੱਚ ਅਰਥ ਇਨਵੋਲਵ ਨਹੀਂ ਆ, ਦੂਜੇ ਵਿੱਚ ਨਾਲ ਅਰਥ ਇਨਵੋਲਵ ਆ, ਇਸ ਕਰਕੇ ਦੋਨਾਂ ਦੇ ਵਿੱਚ ਫਰਕ ਹੈਗਾ ਆ। ਇਸ ਤਰ੍ਹਾਂ ਇਹ ਜਿਹੜੇ ਫॉल्ट्स ਜਿਹੜੇ ਹੈਗਾ ਸਬ ਡਿਵਾਈਡ ਕੀਤੇ ਜਾ ਸਕਦੇ ਆਪਣੇ ਸਿਮੈਟ੍ਰੀਕਲ ਫॉल्ट्स ਜਿਹੜੇ ਹੈਗੇ। ਹੁਣ ਦੇਖੋ ਪਹਿਲਾ ਫॉल्ट ਜਿਹੜਾ ਸਿਮੈਟ੍ਰੀਕਲ ਦੇ ਵਿੱਚ ਪਹਿਲਾ ਫॉल्ट ਗਿਆ ਆਲ 3 ਫੇਜ਼ਸ ਸ਼ਾਰਟ ਸਰਕਟ ਫॉल्ट। ਹੁਣ ਤਿੰਨ ਫੇਜ਼ ਜਿਹੜਾ ਲਾਈਨ ਟੂ ਲਾਈਨ ਤੁਹਾਨੂੰ ਫॉल्ट ਦੱਸਿਆ ਸੀ। ਹੁਣ ਦੇਖੋ ਇਹਦੇ ਵਿੱਚ ਡਾਇਗਰਾਮ 'ਚ ਕਲੀਅਰ ਦਿਖਾਇਆ ਹੋਇਆ ਕਿ ਤਿੰਨ ਫੇਜ਼ ਪਿੱਛੋਂ ਆ ਰਹੇ ਆ, ਰੈਡ ਯੈਲੋ ਬਲੂ, ਤਿੰਨੇ ਜਿਹੜੇ ਰੈਡ ਯੈਲੋ ਬਲੂ ਦੇਖੋ ਥੱਲੇ ਇੱਕ ਫॉल्ट ਪੈ ਗਿਆ, ਤਿੰਨੇ ਆਪਸ ਸ਼ਾਰਟ ਹੋ ਗਏ। ਤਿੰਨੇ ਆਪਸ ਸ਼ਾਰਟ ਹੋ ਗਏ ਤਾਂ ਇਸ ਵਾਲੇ ਸਰਕਟ ਨੂੰ ਕਹਿੰਦੇ ਆਪਾਂ ਫॉल्ट ਨੂੰ ਕਹਿੰਦੇ ਆਪਾਂ ਆਲ 3 ਫੇਜ਼ਸ ਸ਼ਾਰਟ ਸਰਕਟ ਫॉल्ट। ਕਹਿੰਦਾ ਆਪਾਂ ਪੜ੍ਹ ਕੇ ਹੁਣ ਦੱਸਦੇ ਤੁਹਾਨੂੰ। ਦੇਖੋ ਸੱਚ ਟਾਈਪ ਆਫ ਫॉल्ट्स ਆਰ ਬੈਲੈਂਸਡ ਦੈਟ ਇਜ਼ ਦਾ ਸਿਸਟਮ ਰਿਮੇਨ ਸਿਮੈਟ੍ਰੀਕਲ ਈਵਨ ਆਫਟਰ ਦਾ ਫॉल्ट। ਮਤਲਬ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਇਸ ਕੇਸ ਦੇ ਵਿੱਚ ਜਿਹੜਾ ਸਿਸਟਮ ਸਾਡਾ ਬੈਲੈਂਸਡ ਰਹਿੰਦਾ ਭਾਵੇਂ ਕਿ ਫॉल्ट ਕਰੰਟ ਜਿਹੜਾ ਉਹ ਫਲੋ ਕਰੇਗਾ। ਦਾ ਲਾਈਨ ਟੂ ਲਾਈਨ ਫॉल्ट ਅਕਰ ਰੀਅਲੀ ਬਟ ਇਟ ਇਜ਼ ਦਾ ਮੋਸਟ ਟਾਈਪ ਆਫ ਫॉल्ट ਵਿਚ ਇਨਵੋਲਵਸ ਦਾ ਲਾਰਜੈਸਟ ਕਰੰਟ। ਪਰ ਕਹਿੰਦਾ ਬਹੁਤ ਘੱਟ ਪੈਂਦਾ ਫॉल्ट ਹੈ, ਪਰ ਇੱਕ ਇਹੋ ਜਿਹਾ ਫॉल्ट ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਲਾਰਜ ਕਰੰਟ ਜਿਹੜਾ ਉਹ ਫਲੋ ਕਰਦਾ ਹੈਗਾ। ਦਿਸ ਲਾਰਜ ਕਰੰਟ ਇਜ਼ ਯੂਜ਼ਡ ਫॉर ਫਾਈਂਡਿੰਗ ਦਾ ਰੇਟਿੰਗ ਆਫ ਦਾ ਸਰਕਟ ਬ੍ਰੇਕਰ। ਅਤੇ ਇਹ ਲਾਰਜ ਜਿਹੜਾ ਕਰੰਟ ਹੈਗਾ ਆ ਇਹਨੂੰ ਆਪਾਂ ਯੂਜ਼ ਕਰਦੇ ਹੈਗੇ ਆ ਜਦੋਂ ਆਪਾਂ ਸਰਕਟ ਬ੍ਰੇਕਰ ਦੀ ਰੇਟਿੰਗ ਫਾਈਂਡ ਆਊਟ ਕਰਨੀ ਵੀ ਕਿੰਨਾ ਸਰਕਟ ਬ੍ਰੇਕਰ ਲਗਾਈਏ। ਸਭ ਤੋਂ ਪਹਿਲਾਂ ਆਪਾਂ ਸ਼ਾਰਟ ਸਰਕਟ ਕੈਲਕੂਲੇਸ਼ਨਸ ਕਰਦੇ ਹਾਂ ਕਿ ਕਿਸੇ ਕਾਰਨ ਕਰਕੇ ਅਗਰ ਲਾਈਨ ਸ਼ਾਰਟ ਹੋ ਗਈ ਤਾਂ ਕਿੰਨਾ ਕਰੰਟ ਉਹ 'ਚੋਂ ਫਲੋ ਕਰੂਗਾ। ਇਸ ਕਰਕੇ ਸਭ ਤੋਂ ਪਹਿਲਾਂ ਸਰਕਟ ਬ੍ਰੇਕਰ ਦੀ ਜਿਹੜੀ ਰੇਟਿੰਗ ਆ ਉਹ ਇਸ ਫਾਲਟ ਦੇ ਉੱਤੇ ਡਿਪੈਂਡ ਕਰਦੀ ਹੈਗੀ ਆ। ਔਰ ਇਹ ਡਾਇਗਰਾਮ ਤੁਸੀਂ ਥੱਲੇ ਦੇਖ ਸਕਦੇ ਆ, ਥੱਲੇ ਅਰਥ ਆ, ਉੱਪਰ ਤਿੰਨ ਕੰਡਕਟਰ ਨੇ, ਤਿੰਨੇ ਆਪਸ ਸ਼ਾਰਟ ਹੋ ਗਏ ਹਨ। ਦਿਸ ਇਜ਼ ਕਾਲਡ ਆਲ 3 ਫੇਜ਼ਸ ਸ਼ਾਰਟ ਸਰਕਟ ਫॉल्ट। ਹੁਣ ਸੈਕਿੰਡ ਨੰਬਰ 'ਤੇ ਹੈ ਆਲ ਦਾ 3 ਫੇਜ਼ਸ ਟੂ ਅਰਥ। ਚੀਜ਼ ਸੇਮ ਆ, ਸਾਰਾ ਕੁਝ ਸੇਮ ਆ। ਇਸ ਕੇਸ ਦੇ ਵਿੱਚ ਕਹਿੰਦਾ ਕੀ ਆ ਕਿ ਤਿੰਨੇ ਫੇਜ਼ ਜਿਹੜੇ ਆ ਉਹ ਅਰਥ ਨਾਲ ਸ਼ਾਰਟ ਹੋ ਜਾਂਦੇ ਹੈਗੇ ਆ। ਤਿੰਨੇ ਫੇਜ਼ ਸਿੱਧੇ ਅਰਥ ਨਾਲ ਜੁੜ ਗਏ, ਆਪਾਂ ਨੂੰ ਕਹਿ ਸਕਦੇ ਹਾਂ ਆਲ ਦਾ 3 ਫੇਜ਼ਸ ਟੂ ਅਰਥ ਫॉल्ट। ਕਹਿੰਦਾ ਇਹ ਜਿਹੜਾ ਫॉल्ट ਹੈ ਇਹਦੀ ਪ੍ਰੋਬੇਬਿਲਿਟੀ ਸਿਰਫ 2 ਤੋਂ 3% ਤੱਕ ਦੀ ਆ ਵੀ ਜਿਹੜਾ ਫॉल्ट ਹੈ 2 ਤੋਂ 3% ਤੱਕ ਲਾਈਨ ਦੇ ਵਿੱਚ ਪੈਂਦਾ, ਜ਼ਿਆਦਾ ਨਹੀਂ ਪੈਂਦਾ, ਜੋ ਕਿ ਤਿੰਨੇ ਫੇਜ਼ ਜਿਹੜੇ ਆਪਸ ਜੁੜ ਕੇ ਅਰਥ ਨਾਲ ਜੁੜ ਜਾਣ। ਠੀਕ ਹੈ ਜੀ। ਇਸ ਤਰ੍ਹਾਂ ਇਹ ਜਿਹੜਾ ਦੋ ਸਿਮੈਟ੍ਰੀਕਲ ਫॉल्ट ਸੀਗੇ, ਪਹਿਲਾ ਸੀ ਲਾਈਨ ਟੂ ਲਾਈਨ ਫॉल्ट ਮਤਲਬ ਤਿੰਨੇ ਫੇਜ਼ਸ ਆਪਸ ਸ਼ਾਰਟ ਸਰਕਟ, ਫਿਰ ਦੂਜਾ ਸੀ ਆਲ ਦਾ 3 ਫੇਜ਼ਸ ਟੂ ਅਰਥ ਕਿ ਤਿੰਨੇ ਫੇਜ਼ ਜਿਹੜੇ ਆ ਉਹ ਅਰਥ ਨਾਲ ਸ਼ਾਰਟ ਹੋ ਗਏ। ਇਸ ਤਰ੍ਹਾਂ ਇਹ ਜਿਹੜੇ ਫॉल्ट्स ਜਿਹੜੇ ਹੁੰਦੇ ਆ ਇਹਦੇ ਵਿੱਚ ਦੇਖੋ ਆਪਾਂ ਪੜ੍ਹਦੇ ਕੀ ਕਹਿੰਦਾ। ਦਾ 3 ਫੇਜ਼ ਲਾਈਨ ਟੂ ਗਰਾਊਂਡ ਫॉल्ट ਇਨਕਲੂਡਸ ਆਲ ਦਾ 3 ਫੇਜ਼ਸ ਆਫ ਦਾ ਸਿਸਟਮ। ਮਤਲਬ ਕਹਿੰਦਾ ਇਨਕਲੂਡ ਹੁੰਦੇ ਆ ਇਹਦੇ ਵਿੱਚ ਤਿੰਨੇ ਹੀ ਜਿਹੜੇ ਫੇਜ਼ ਹੁੰਦੇ ਆ ਉਹ ਇਨਕਲੂਡ ਹੁੰਦੇ ਹੈਗੇ ਆ। ਦਾ ਲਾਈਨ ਟੂ ਲਾਈਨ ਐਂਡ ਗਰਾਊਂਡ ਫॉल्ट ਅਕਰਸ ਬਿਟਵੀਨ ਦਾ 3 ਫੇਜ਼ਸ ਐਂਡ ਦਾ ਗਰਾਊਂਡ ਆਫ ਦਾ ਸਿਸਟਮ। ਮਤਲਬ ਤਿੰਨਾਂ ਫੇਜ਼ਾਂ ਦੇ ਵਿੱਚ ਅਤੇ ਗਰਾਊਂਡ ਦੇ ਵਿੱਚ ਫॉल्ट ਪੈਂਦਾ ਹੈਗਾ। ਦਾ ਪ੍ਰੋਬੇਬਿਲਿਟੀ ਆਫ ਅਕਰੈਂਸ ਆਫ ਸੱਚ ਟਾਈਪ ਆਫ ਫॉल्ट ਇਜ਼ ਨੀਅਰਲੀ 2 ਤੋਂ 3%। 2 ਤੋਂ 3% ਜਿਹੜੇ ਆ ਇਹਦੀ ਪ੍ਰੋਬੇਬਿਲਿਟੀ ਆ, ਸਿਰਫ ਇੰਨਾ ਕਿ ਹੀ ਫॉल्ट ਜਿਹੜਾ ਪੈਂਦਾ ਹੈਗਾ। ਹੁਣ ਇਹ ਦੇਖੋ ਅਨਸਿਮੈਟ੍ਰੀਕਲ ਫॉल्ट्स। ਕਹਿੰਦਾ ਦਾ फॉल्ट ਗਿਵਸ ਰਾਈਜ਼ ਟੂ ਅਨਸਿਮੈਟ੍ਰੀਕਲ ਕਰੰਟ that is current differing in magnitude and phase in the 3 phases of the power system are known as unsymmetrical fault, and it is mainly classified into 4 types.
मतलब ਕਹਿੰਦਾ ਕਿ ਇਹ ਜਿਹੜਾ ਕਰੰਟ ਫਾਲਟ ਹੈ ਇਹਦੇ ਵਿੱਚ ਕਰੰਟ ਜਿਹੜਾ ਹੈ ਉਹ ਡਿਫਰਿੰਗ ਹੈਗਾ ਮੈਗਨੀਟਿਊਡ ਐਂਡ ਫੇਜ਼ਿਸ ਦੇ ਵਿੱਚ, ਤਿੰਨੇ ਫੇਜ਼ਿਸ ਦੇ ਵਿੱਚ। ਮਤਲਬ ਜਦੋਂ ਫਾਲਟ ਪੈਂਦਾ ਹੈ ਤਾਂ ਤਿੰਨਾਂ ਫੇਜ਼ਿਸ ਦੇ ਵਿੱਚ ਕਰੰਟ ਜਿਹੜਾ ਡਿਫਰੈਂਟ ਹੋ ਜਾਂਦਾ ਹੈਗਾ, ਅਤੇ ਉਹਨਾਂ ਦਾ ਮੈਗਨੀਟਿਊਡ ਵੀ ਅਤੇ ਉਹ ਐਂਗਲ ਵੀ ਜਿਹੜਾ ਉਹਨਾਂ ਦਾ ਆਪਸ 'ਚ ਮੇਲ ਨਹੀਂ ਖਾਂਦਾ। ਦੈਟ ਇਜ਼ ਕਾਲਡ ਅਨਸਿਮੈਟ੍ਰੀਕਲ ਫਾਲਟ। ਇਟ ਇਜ਼ ਮੇਨਲੀ ਕਲਾਸੀਫਾਈਡ ਇਨਟੂ 3 ਟਾਈਪਸ, 3 ਟਾਈਪਸ ਦੇ 4 ਟਾਈਪਸ ਦੇ ਹੁੰਦੇ ਹੈਗੇ ਹੈ। ਦੇ ਆਰ ਕਹਿੰਦਾ ਨੰਬਰ 1 'ਤੇ ਸਿੰਗਲ ਲਾਈਨ ਟੂ ਗਰਾਊਂਡ, ਮਤਲਬ ਇੱਕ ਫੇਜ਼ ਗਰਾਊਂਡ ਨਾਲ ਸ਼ਾਰਟ ਹੋ ਜਾਵੇ। ਫਿਰ ਲਾਈਨ ਟੂ ਲਾਈਨ ਫਾਲਟ, ਹੁਣ ਦੇਖੋ ਇੱਕ ਪਹਿਲੇ ਵਾਲਾ ਹੈ, ਇੱਕ ਫੇਜ਼ ਗਰਾਊਂਡ ਨਾਲ ਸ਼ਾਰਟ ਹੋਇਆ, ਬਾਕੀ ਦੇ 2 ਫੇਜ਼ ਨਾਰਮਲ ਚੱਲ ਰਹੇ। ਇਹਦਾ ਮਤਲਬ ਇੱਕ ਫੇਜ਼ ਦੇ ਵਿੱਚ ਕਰੰਟ ਜ਼ਿਆਦਾ ਹੋਊਗਾ, ਦੋਵਾਂ 'ਚ ਨਾਰਮਲ ਕਰੰਟ ਫਲੋ ਕਰੂਗਾ। ਇੱਦਾਂ ਲਾਈਨ ਟੂ ਲਾਈਨ ਫਾਲਟ, ਹੁਣ 2 ਫੇਜ਼ ਆਪਸ 'ਚ ਜੁੜ ਗਏ ਅਤੇ ਇੱਕ ਫੇਜ਼ ਨਾਰਮਲ ਚੱਲ ਰਿਹਾ। ਤਾਂ ਹੁਣ ਉਹਨਾਂ ਦੋਨਾਂ ਫੇਜ਼ਿਸ ਦੇ ਵਿੱਚ ਜਿਹੜਾ ਉਹ ਕਰੰਟ ਜਿਹੜਾ ਜ਼ਿਆਦਾ ਹੋਏਗਾ ਸ਼ਾਰਟ ਸਰਕਟ ਹੋਏਗਾ, ਬਾਕੀਆਂ 'ਚ ਨਾਰਮਲ ਫਲੋ ਕਰੇਗਾ, ਬਾਕੀ ਕੀ ਇੱਕੋ ਰਹਿ ਗਿਆ। ਉਸ ਤੋਂ ਬਾਅਦ ਕਹਿੰਦਾ ਡਬਲ ਲਾਈਨ ਟੂ ਗਰਾਊਂਡ ਫਾਲਟ। ਹੁਣ 2 ਲਾਈਨਸ ਜਿਹੜੀਆਂ ਆ, 2 ਲਾਈਨਸ ਜੁੜੀਆਂ ਅਤੇ ਗਰਾਊਂਡ ਨਾਲ ਜੁੜ ਗਈਆਂ, 2 ਲਾਈਨ ਜੁੜ ਕੇ ਗਰਾਊਂਡ ਨਾਲ ਜੁੜ ਗਈਆਂ, ਤਦ ਵੀ ਉਹ ਫਾਲਟ ਜਿਹੜਾ ਉਹ ਬਣ ਗਿਆ ਅਨਸਿਮੈਟ੍ਰੀਕਲ ਫਾਲਟ, ਕਿਉਂਕਿ 2 ਲਾਈਨਸ ਤਾਂ ਗਰਾਊਂਡ ਨਾਲ ਜੁੜ ਗਈਆਂ, ਇੱਕ ਲਾਈਨ ਨਾਰਮਲ ਚੱਲ ਰਹੀ ਹੈਗੀ ਆ। ਉਸ ਤੋਂ ਬਾਅਦ ਕਹਿੰਦਾ ਲਾਈਨ ਟੂ ਲਾਈਨ। ਹੁਣ ਕੀ ਆ ਕਿ ਲਾਈਨ ਟੂ ਲਾਈਨ ਵੀ ਫਾਲਟ ਪੈ ਗਿਆ, ਲੇਕਿਨ ਤੀਜਾ ਜਿਹੜਾ ਸਾਡਾ ਜਿਹੜਾ ਕੰਡਕਟਰ ਸੀ ਉਹ ਟੁੱਟ ਕੇ ਅਰਥ 'ਤੇ ਡਿੱਪਿਆ। ਹੁਣ ਕਿਉਂਕਿ ਓਵਰਹੈਡ ਲਾਈਨ ਆ, 2 ਕੰਡਕਟਰਸ 2 ਫੇਜ਼ਿਸ ਆਪਸ ਵਿੱਚ ਜੁੜ ਗਏ ਕਿਸੇ ਕਾਰਨ ਕਰਕੇ, ਅਤੇ ਤੀਜਾ ਫੇਜ਼ ਜਿਹੜਾ ਅਰਥ 'ਤੇ ਡਿੱਪਿਆ, ਐਂਡ ਦੈਟ ਇਜ਼ ਕਾਲਡ ਲਾਈਨ ਟੂ ਲਾਈਨ ਐਂਡ ਥਰਡ ਲਾਈਨ ਟੂ ਅਰਥ ਫਾਲਟ। ਇਹ ਜਿਹੜੇ 4 ਫਾਲਟਸ ਨੇ ਇਹ ਆਪਾਂ ਹੁਣ ਅੱਗੇ ਡਿਸਕਸ ਕਰਦੇ ਹਾਂ ਵਿਦ ਡਾਇਗਰਾਮ। ਨੈਕਸਟ ਦੇਖਦੇ ਹਾਂ ਆਪਾਂ ਕੀ ਕਹਿ ਰਹੇ ਹਾਂ। ਹੁਣ ਦੇਖੋ ਪਹਿਲਾ ਫਾਲਟ ਹੈ ਸਿੰਗਲ ਲਾਈਨ ਟੂ ਗਰਾਊਂਡ। ਹੁਣ ਤੁਸੀਂ ਡਾਇਗਰਾਮ 'ਚ ਦੇਖ ਸਕਦੇ ਆ ਕਿ 3 ਫੇਜ਼ ਜਾ ਰਹੇ, ਇੱਕ ਅਰਥ ਜਾ ਰਹੀ ਆ, ਤਾਂ ਜਿਹੜਾ ਰੈੱਡ ਫੇਜ਼ ਆ ਉਹ ਸਿੱਧਾ ਜਾ ਕੇ ਗਰਾਊਂਡ ਨਾਲ ਟੱਚ ਕਰ ਗਿਆ, ਠੀਕ ਹੈ, ਐਂਡ ਦਿਸ ਇਜ਼ ਕਾਲਡ ਸਿੰਗਲ ਲਾਈਨ ਟੂ ਗਰਾਊਂਡ। ਤਾਂ ਕਹਿੰਦਾ 70 ਤੋਂ 80% ਜਿਹੜਾ ਤਕਰੀਬਨ ਇਹ ਜਿਹੜਾ ਆ ਇਹ ਵਾਲਾ ਜਿਹੜਾ ਫਾਲਟ ਲਾਈਨ 'ਚ ਪੈ ਸਕਦਾ ਵੀ ਇੱਕ ਕੰਡਕਟਰ ਟੁੱਟਦਾ, ਕੋਈ ਇੱਕ ਇੱਥੇ ਰੈੱਡ ਸ਼ੋ ਕੀਤਾ ਨਾ, ਯੈਲੋ ਵੀ ਟੁੱਟ ਸਕਦਾ ਜਾਂ ਬਲੂ ਵੀ ਟੁੱਟ ਸਕਦਾ, ਕੋਈ ਇੱਕ ਜਿਹੜਾ ਆ ਉਹ ਟੁੱਟ ਕੇ ਜਿਹੜਾ ਉਹ ਅਰਥ 'ਤੇ ਡਿਪ ਹੋਏ ਕੰਡਕਟਰ, ਐਂਡ ਦੈਟ ਇਜ਼ ਕਾਲਡ ਸਿੰਗਲ ਲਾਈਨ ਟੂ ਗਰਾਊਂਡ ਫਾਲਟ, ਸਿੰਗਲ ਲਾਈਨ ਟੂ ਗਰਾਊਂਡ ਫਾਲਟ। ਇਹ ਡਾਇਗਰਾਮ ਦਿਖੀ ਹੋਈ ਹੈ, ਦੇਖ ਸਕਦੇ ਹੋ ਤੁਸੀਂ, ਬੜੀ ਵਧੀਆ। ਹੁਣ ਦੇਖੇਗਾ ਲਾਈਨ ਟੂ ਲਾਈਨ ਫਾਲਟ, ਮਤਲਬ 2 ਲਾਈਨਸ ਦੇਖੋ ਦਾ ਇਹ ਲਾਈਨ ਟੂ ਲਾਈਨ ਫਾਲਟ ਅਕਰਸ ਵੈਨ 2 ਕੰਡਕਟਰਸ ਆਰ ਸ਼ਾਰਟ ਸਰਕਟ। 2 ਕੰਡਕਟਰ ਆਪਸ ਸ਼ਾਰਟ ਹੋ ਗਏ, ਦੇਖੋ ਥੱਲੇ ਡਾਇਗਰਾਮ 'ਚ ਦਿਖਾਇਆ ਪਰਪਲ ਬਲੂ ਕਲਰ ਅਤੇ ਯੈਲੋ ਕਲਰ, ਇਹ 2 ਕੰਡਕਟਰ ਜਿਹੜੇ ਆਪਸ ਸ਼ਾਰਟ ਹੋਏ ਪਏ ਆ। ਅਤੇ ਕਹਿੰਦਾ ਮੇਜਰ ਕਾਜ਼ ਆਫ ਦਿਸ ਟਾਈਪ ਆਫ ਫਾਲਟ ਇਜ਼ ਇਹ ਹੈਵੀ ਵਿੰਡ, ਮਤਲਬ ਕਿਸੇ ਕਾਰਨ ਕਰਕੇ ਬਹੁਤ ਜ਼ਿਆਦਾ ਹਨੇਰੀ ਚੱਲੇ, ਤੇਜ਼ ਹਵਾ ਚੱਲੇ ਅਤੇ 2 ਕੰਡਕਟਰ ਆਪਸ 'ਚ ਜੁੜ ਜਾਂਦੇ ਆ ਅਕਸਰ, ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਤੁਸੀਂ ਕਿ ਇਹ ਕੀ ਬਣ ਗਿਆ, ਲਾਈਨ ਟੂ ਲਾਈਨ ਫਾਲਟ ਪੈ ਗਿਆ। The heavy wind swinging the line conductor which may touch together and hence cause short circuit। ਮਤਲਬ ਕਹਿੰਦਾ ਕਿਸੇ ਵੀ ਤੇਜ਼ ਹਵਾ ਦੇ ਸਵਿੰਗ ਦੇ ਨਾਲ ਉਹ ਜਿਹੜੇ 2 ਕੰਡਕਟਰ ਆਪਸ ਜੁੜ ਗਏ ਤਾਂ ਉਹਨਾਂ ਨੇ ਕੀ ਹੈ ਸ਼ਾਰਟ ਸਰਕਟ ਜਿਹੜਾ ਕ੍ਰੀਏਟ ਕਰਤਾ। ਕਹਿੰਦਾ ਪਰਸੈਂਟੇਜ ਆਫ ਸੱਚ ਫਾਲਟ ਟਾਈਪ ਆਫ ਫਾਲਟਸ ਇਜ਼ ਅਪਰੋਕਸੀਮੇਟਲੀ 15 ਤੋਂ 20% ਜਿਹੜਾ ਹੈ ਫਾਲਟ ਦਾ ਜਿਹੜੀ ਅਕਰੈਂਸ ਹੈ ਉਹ ਹੁੰਦੀ ਹੈਗੀ ਹੈ ਆਪਣੇ ਸਿਸਟਮ ਦੇ ਵਿੱਚ, ਜ਼ਿਆਦਾ ਨਹੀਂ, 15 ਤੋਂ 20 ਵੀ 2 ਕੰਡਕਟਰ ਆਪਸ ਜੁੜ ਜਾਣ। ਹੁਣ ਦੇਖੋ ਹੈ ਡਬਲ ਲਾਈਨ ਟੂ ਲਾਈਨ ਗਰਾਊਂਡ ਫਾਲਟ। ਹੁਣ ਮਤਲਬ 2 ਕੰਡਕਟਰ ਆਪਸ ਵਿੱਚ ਜੁੜ ਕੇ ਅਰਥ ਹੋ ਗਏ, 2 ਕੰਡਕਟਰ ਆਪਸ ਜੁੜ ਕੇ ਅਰਥ ਹੋ ਗਏ। ਦੇਖੋ ਡਾਇਗਰਾਮ 'ਚ ਦਿਖਿਆ 3 ਦੀ ਫੇਜ਼ ਸਪਲਾਈ ਆ ਰਹੀ ਹੈ ਅਤੇ ਜਿਹੜਾ ਥਰਡ ਵਾਲਾ ਯੈਲੋ ਅਤੇ ਬਲੂ ਜਿਹੜਾ ਵਾਪਸ ਸ਼ਾਰਟ ਹੋ ਕੇ ਅਰਥ ਨਾਲ ਜੁੜ ਗਏ। ਇਸ ਤਰ੍ਹਾਂ ਦਾ ਇਹ ਫਾਲਟ ਜਿਹੜਾ ਆ ਇਹ ਵੀ ਪੈਣ ਦੇ ਚਾਂਸਿਸ ਹੋ ਜਾਂਦੇ ਆ ਕਿਸੇ ਵੇਲੇ, ਤਾਂ ਇਹਨੂੰ ਵੀ ਆਪਾਂ ਕਿਹੜਾ ਕਹਿੰਦੇ ਆ ਅਨਸਿਮੈਟ੍ਰੀਕਲ ਫਾਲਟ, ਇਹਨੂੰ ਵੀ ਆਪਾਂ ਅਨਸਿਮੈਟ੍ਰੀਕਲ ਫਾਲਟ ਕਹਿੰਦੇ ਆ। ਤਾਂ ਦੇਖੋ ਇਹ ਕਹਿ ਰਿਹਾ ਤਕਰੀਬਨ 10% ਚਾਂਸਿਸ ਹੁੰਦੇ ਆ ਇਹ ਫਾਲਟ ਜਿਹੜਾ ਪੈਣ ਦੇ ਸਿਸਟਮ ਦੇ ਵਿੱਚ। ਹੁਣ ਦੇਖੋ ਚੌਥਾ ਅਤੇ ਲਾਸਟ ਫਾਲਟ, ਇਹ ਜਿਹੜਾ ਚੌਥਾ ਹੈ ਅਨਸਿਮੈਟ੍ਰੀਕਲ ਫਾਲਟ ਦੀ ਗੱਲ ਕਰਦਾ। ਅਨਸਿਮੈਟ੍ਰੀਕਲ ਫਾਲਟਸ ਦੇ ਵਿੱਚ ਚੌਥਾ ਫਾਲਟ ਕੀ ਹੈ, ਕਹਿੰਦਾ ਲਾਈਨ ਟੂ ਲਾਈਨ, ਮਤਲਬ 2 ਕੰਡਕਟਰ ਆਪਸ ਵਿੱਚ ਜੁੜ ਗਏ ਲਾਈਨ ਟੂ ਲਾਈਨ, ਅਤੇ ਐਂਡ ਥਰਡ ਲਾਈਨ ਟੂ ਅਰਥ, ਅਤੇ ਤੀਜਾ ਕੰਡਕਟਰ ਜਿਹੜਾ ਅਰਥ ਨਾਲ ਜੁੜ ਜਾਵੇ। ਮਤਲਬ 2 ਕੰਡਕਟਰ ਤਾਂ ਆਪਸ ਜੁੜ ਗਏ, ਜਿਹੜਾ ਆਪਾਂ ਪਹਿਲਾਂ ਫਾਲਟ ਪੜ੍ਹਿਆ ਸੀ ਲਾਈਨ ਟੂ ਲਾਈਨ ਫਾਲਟ, ਪਰ ਕਈ ਵਾਰੀ ਚਾਂਸ ਇਹ ਹੁੰਦੇ 2 ਜਿਹੜੇ ਆ ਕੰਡਕਟਰ ਆਪਸ ਤੋਂ ਜੁੜ ਜਾਂਦੇ ਆ ਅਤੇ ਤੀਜਾ ਕੰਡਕਟਰ ਅਰਥ ਨਾਲ ਜੁੜ ਜਾਂਦਾ, ਐਂਡ ਦਿਸ ਇਜ਼ ਕਾਲਡ ਲਾਈਨ ਟੂ ਲਾਈਨ ਐਂਡ ਥਰਡ ਲਾਈਨ ਟੂ ਅਰਥ। ਦੇਖੋ ਥੱਲੇ ਡਾਇਗਰਾਮ 'ਚ ਕਲੀਅਰ ਦਿਖਾਇਆ ਹੋਇਆ ਰੈੱਡ ਅਤੇ ਯੈਲੋ ਆਪਸ ਜੁੜ ਗਏ ਅਤੇ ਲੇਕਿਨ ਬਲੂ ਜਿਹੜਾ ਉਹ ਅਰਥ ਹੋ ਗਿਆ। ਕਹਿੰਦਾ ਦਿਸ ਮੇ ਓਕਰ ਵੈਨ ਵਨ ਆਫ ਲਾਈਨ ਕੰਡਕਟਰ ਬ੍ਰੇਕਸ ਐਂਡ ਫਾਲਸ ਔਨ ਦਾ ਅਦਰ ਲਾਈਨ ਕੰਡਕਟਰ, ਦੇਰ ਵਾਈਜ਼ ਦਾ ਥਰਡ ਲਾਈਨ ਕੰਡਕਟਰ ਫਾਲਸ ਔਨ ਦਾ ਗਾਰਡ ਵਾਇਰ ਔਰ ਗਰਾਊਂਡ ਵਾਇਰ, ਜਾਂ ਗਰਾਊਂਡ ਵਾਇਰ ਜਾਂ ਗਾਰਡ ਵਾਇਰ ਜਿਹੜੀ ਵੀ ਉੱਪਰ ਲੱਗੀ ਆ ਉਹਦੇ ਨਾਲ ਤੀਜਾ ਫੇਸ ਟੱਚ ਕਰ ਗਿਆ ਅਤੇ 2 ਫੇਸ ਆਪਸ ਟੱਚ ਕਰਕੇ ਕਿਸੇ ਕਾਰਨ ਕਰਕੇ ਵੀ ਉਹਨੂੰ ਆਪਾਂ ਲਾਈਨ ਟੂ ਲਾਈਨ ਅਤੇ ਥਰਡ ਲਾਈਨ ਟੂ ਅਰਥ ਫਾਲਟ ਕਹਿੰਦੇ ਹਾਂ।
टाइप्स ऑफ फॉल्ट्स इन अंडरग्राउंड केबल्स। अंडरग्राउंड केबल्स किहड़े फॉल्ट पै सकते हैं। कहता देखो पहला फॉल्ट है बड़ा सिंपल, जिदा आप पहला पढ़िया ਸੀ ओपन सर्कट फॉल्ट। ये कहता ए ब्रेक इन द कंडक्टर ऑफ द केबल इज कॉल्ड ओपन सर्कट फॉल्ट। मतलब किसी कंडक्टर दे विच जिहड़ा केबल का कंडक्टर अंदर इंटरनल है वो कोई ब्रेक आ जाए टुट जाए किसी कारण करके तो आप कह सकते हैं ओपन सर्कट फॉल्ट है। दिस टाइप ऑफ फॉल्ट इज चैक विद द हैल्प ऑफ डिवाइस कॉल्ड मैगर। मैगर अपना एक होंदा है लैबोरेटरी इंस्ट्रूमेंट, आप तुसीं देखिया होगा, ਉਹਦੇ ਨਾਲ ਕਹਿੰਦਾ ਆਪਾਂ ਇਹਨੂੰ ਚੈੱਕ ਕਰ ਸਕਦੇ ਹਾਂ इस टाइप के फॉल्ट ਨੂੰ। इन दिस टाइप ऑफ फॉल्ट ए 3 कंडक्टर्स ऑफ ए 3 कोर केबल एट द फार एंड आर शॉर्टन। ਹੁਣ ਇਹਦੇ ਵਿੱਚ ਕਹਿੰਦਾ ਜਾਂਦੇ ਆ ਵੀ ਫਾਰ ਐਂਡ ਦੂਰ ਵਾਲਾ ਪਾਸੇ ਦੇ ਆਪਣੇ ਤਿੰਨੇ ਕੰਡਕਟਰ ਜਿਹੜੇ ਆਪਸ ਵਿੱਚ ਸ਼ਾਰਟ ਕਰ ਦਿੰਦੇ ਆ ਐਂਡ ਦੈਨ ਕਨੈਕਟਡ ਟੂ ਦਾ ਗਰਾਊਂਡ, ਤੇ ਉਹਨੂੰ ਗਰਾਊਂਡ ਨਾਲ ਜੋੜ ਦਿੰਦੇ। ਦ ਮੈਗਰ ਇਜ਼ ਦੈਨ ਯੂਜ਼ਡ ਟੂ ਰੀਡ ਦ ਰੈਜ਼ਿਸਟੈਂਸ ਬਿਟਵੀਨ ਈਚ ਕੰਡਕਟਰ ਐਂਡ ਗਰਾਊਂਡ। If the megger indicates zero resistance of the circuit of the conductor, it means it is not broken. But if megger measures infinity resistance, it means the conductor is broken, which needs to be replaced। मतलब की है कि बहुत सिंपल जिहा तरीका, एक साइड तो तिन्ने कंडक्टर जिहड़े आ शॉर्ट कर दिओ तो उन्होंने अर्थ ना जोड़ दिओ, ठीक है। ਹੁਣ थ्रू अर्थ देखो पास कंप्लीट होएगा कंडक्टर ਦੇ ਵਿੱਚੋਂ ਦੀ। अगर आप मैगर ਨਾਲ ਕਹਿੰਦਾ ਰजिस्टेंस चैक करिए ਹੁਣ ਜੇ ਤਾਂ कंडक्टर ब्रोकन होएगा सच ਜੇ ਤਾਂ कंडक्टर ब्रोकन नहीं होएगा ਤਾਂ ਉਹਦੀ रजिस्टेंस ਜਿਹੜੀ ਉਹ ਜ਼ੀਰੋ ਹੋएगी, मतलब रजिस्टेंस नहीं शो करेगा क्योंकि शॉर्ट सर्किट होया, कंडक्टर कंप्लीट आ सही है कंडक्टर, अर्थ ਦੇ ਨਾਲ ਸਾਨੂੰ ਉਹ शॉर्ट सर्किट दिख ਰਿਹਾ ਹੈਗਾ। पर मान लो किसी एक कंडक्टर ਦੇ ਵਿੱਚ अगर वो करंट नहीं फ्लो कर रहा, इस करके वो जो मैगर की रीडिंग आएगी वो इनफिनिटी आएगी, मतलब वो रजिस्टेंस क्रिएट होगी। रजिस्टेंस कितना क्रिएट होगी ड्यू टू ब्रेकेज, ब्रेक हो गया जो कंडक्टर अंदरों ब्रेक हो गया, वो करके कुछ रजिस्टेंस बन गई क्योंकि इन बिटवीन जो हम डाईलैक्ट्रिक जो कोई भी सबसटेंस आ गया जिन्होंने आप एयर कह सकते हैं, या ब्रेकेज करके जो भी वो मटीरियल आया वो जोड़ा इंसुलेटिंग मटीरियल होने करके वो ब्रेक शो करेगा। मतलब तिना कंडक्टर्स के अर्थ ना जो तुम मैगर ला के चैक करोगे किसी का कंडक्टर की रजिस्टेंस जी हाई होगी तो वही कंडक्टर जो ओपन होया होगा, आप वो जाके कंडक्टर को चेंज कर सकते हैं। अगे मैथड पढ़ांगे कितना चेंज करना है। हुण देखो फॉल्ट है शॉर्ट सर्किट फॉल्ट। अंडरग्राउंड केबल का शॉर्ट सर्किट फॉल्ट की होंदा कहंदा वैन एन इंसुलेटर फेल्स इट इज़ ड्यू टू द two conductors of multi-core cable comes in contact with each other electrically which indicates short circuit fault। मतलब कहंदा भी दो केबल्स हैगियां मतलब अंडरग्राउंड केबल दे विच ਉਹ ਇਲੈਕਟ੍ਰੀਕਲੀ ਇੱਕ ਦੂਜੇ ਦੇ ਵਿੱਚ ਕੰਟੈਕਟ 'ਚ ਆ ਜਾਂਦੀਆਂ ਡਿਊ ਟੂ ਇਨਸੂਲੇਸ਼ਨ ਫੇਲਿਅਰ ਔਰ ਸਮਥਿੰਗ ਐਲਸ। ਇਹਦੇ ਮਤਲਬ ਜਿਹੜਾ ਇਨਸੂਲੇਸ਼ਨ ਆ ਉਹ ਫੇਲ ਹੋ ਜਾਵੇ ਜਾਂ ਕੁਛ ਹੋਰ ਕਾਰਨ ਕਰਕੇ ਜੇ ਦੋ ਕੰਡਕਟਰਸ ਆਪਸ 'ਚ ਜੁੜ ਜਾਣ ਐਂਡ ਦੈਟ ਇਜ਼ ਕਾਲਡ ਸ਼ਾਰਟ ਸਰਕਟ ਫੇਲਿਅਰ। ਫॉर दिस अगेन ए मैगर इज़ यूज्ड। ਹੁਣ ਫਿਰ ਆਪਾਂ ਲਈ ਮੈਗਰ ਯੂਜ਼ ਕਰਦੇ ਕਿੱਦਾਂ ਕਹਿੰਦਾ ਇਨ ਦਿਸ टाइप the two terminals of मैगर are connected in any two conductors। किसी दो कंडक्टर्स ਨੂੰ ਆਪਾਂ ਇਹ ਟਰਮੀਨਲ ਜਿਹੜਾ ਜੋੜਨਾ ਹੈਗਾ। fault is indicated when the मैगर gives zero reading between the electricity conductor। ਹੁਣ ਜਦੋਂ मतलब हम तीन मतलब दो कंडक्टर तो सीधे शॉर्ट हो गए तो अपन पता लग जाएगा भी दो शॉर्ट हो गए, हम कुछ कर नहीं सकते आप। पर जेकर तीन कंडक्टर्स ने कहता किसी दो कंडक्टर्स के टर्मिनल के उत्ते मैगर लगाओ, अगर वो जीरो कंडक्टर जीरो रजिस्टेंस शो कर रहा तो यदा मतलब वो शॉर्ट हो गया। अगर वो जीरो रजिस्टेंस नहीं शो कर रहा तो यदा मतलब वो कंडक्टर सेफ है, दूजी किसी होर ना हो जुड़िया होया। जो कोई दो कंडक्टर आपस में शॉर्ट मतलब जीरो रीडिंग शो करेंगे तो समझो दो कंडक्टर जोड़े आपस जुड़े हुए हैं। कहता दे द सेम प्रोसैस कैन बी रिपीटेड बाय टेकन अदर टू कंडक्टर्स एट द टाइम। मतलब हम दो कंडक्टर पहले चैक कर लो, दो फिर दो कर लो, जो तुहानूं पता लग जाए दो जोड़े आपस शॉर्ट होए या तिन्ने शॉर्ट होए तो भी तिन्नां दी जीरो रीडिंग आएगी। अगर दो होणगे तो उन्होंने दोवां दी जो टर्मिनल जोड़ोगे उन्होंने दोवां दे विच जीरो रीडिंग आएगी। इस तरह ये फॉल्ट जिहड़ा आपां डिटेक्ट कर सकते हैं भी फॉल्ट पे हुण है अंडरग्राउंड केबल्स दे विच अर्थ फॉल्ट। ये की कह रहा देखो कहता इफ ए केबल्स कंडक्टर कम्स इन कंटैक्ट विद अर्थ दैन इट इज़ कॉल्ड एज अर्थ फॉल्ट। कहता कोई एक कंडक्टर जो ब्रेक हो गए अर्थ ना जुड़ जाए आपां नूं अर्थ फॉल्ट कहते हैं। केबल दे विच कोई एक कंडक्टर टुट गया किसी कारण करके उसकी इंसुलेशन फेल हो गई तो अर्थ ना टच कर जाए तो उन्होंने आपां अर्थ फॉल्ट कहते हैं। इन ऑर्डर टू आइडेंटिफाई दिस फॉल्ट द टू टर्मिनल्स ऑफ द मैगर आर कनैक्टेड टू द कंडक्टर एंड टू द अर्थ ईच रिस्पैक्टिवली। मतलब हुण की कहते दोने कंडक्टर जोड़े है जां उन्हां दे
ਟਰਮੀਨਲ ਜਿਹੜੇ ਹੈਗੇ ਦੋਨੋਂ ਟਰਮੀਨਲ ਮੈਗਰ ਦੇ ਕੰਡਕਟਰ ਨਾਲ ਟੱਚ ਕਰਦੇ ਤਾਂ ਅਰਥ ਨਾਲ ਕਰਦੇ ਹਨ। ਅਰਥ ਫਾਲਟ ਕੈਨ ਵੀ ਸਟੱਡੀਡ ਇਫ ਦਾ ਮੈਗਰ ਇੰਡੀਕੇਟਸ ਜ਼ੀਰੋ ਰੀਡਿੰਗ। ਹੁਣ ਮਤਲਬ ਮੈਗਰ ਅਗਰ ਜ਼ੀਰੋ ਰੀਡਿੰਗ ਦਿੰਦਾ, ਸਪੋਜ਼ ਕਰੋ ਆਪਾਂ ਇੱਕ ਕੰਡਕਟਰ ਲਿਆ, ਉਹਨੂੰ ਦੂਜਾ ਕੰਡਕਟਰ ਦੂਜੀ ਜਿਹੜੀ ਲੀਡ ਹੈ ਉਹ ਅਰਥ ਨਾਲ ਟੱਚ ਕਰਤੀ। ਹੁਣ ਲੇਕਿਨ ਕੰਡਕਟਰ ਸ਼ਾਰਟ ਸਰਕਟ ਨਹੀਂ ਹੈਗਾ ਮੰਨ ਲਓ ਉਹ, ਤਾਂ ਮੈਗਰ ਦੀ ਰੀਡਿੰਗ ਹੈਗੀ ਇਨਫਿਨਿਟੀ, ਇਨ ਬਿਟਵੀਨ ਰੈਜ਼ਿਸਟੈਂਸ ਜਿਹੜੀ ਉਹ ਇਨਫਿਨਿਟੀ ਚੱਲ ਰਹੀ ਹੈ। ਪਰ ਮੰਨ ਲਓ ਆਪਾਂ ਫਿਰ ਦੂਜੇ ਕੰਡਕਟਰ ਨੂੰ ਟੱਚ ਕਰਦੇ ਹੈਗੇ ਆ, ਤਾਂ ਉਹ ਸਾਡਾ ਮੈਗਰ ਜਿਹੜਾ ਉਹ ਕਿਹੜੀ ਰੀਡਿੰਗ ਦੇ ਰਿਹਾ, ਜ਼ੀਰੋ। ਹੁਣ ਜ਼ੀਰੋ ਰੀਡਿੰਗ ਦਾ ਮਤਲਬ ਇਹ ਆ ਕਿ ਉਹ ਕੰਡਕਟਰ ਜਿਹੜਾ ਆ ਉਹ ਅਰਥ ਨਾਲ ਜੁੜ ਗਿਆ ਅਤੇ ਕੰਟੀਨਿਊਟੀ ਜਿਹੜੀ ਉਹਦੀ ਹੈ ਉਹ ਕੰਟੀਨਿਊ ਚੱਲ ਰਿਹਾ ਹੈਗੀ। ਇਸ ਕਰਕੇ ਜਿਹੜੀ ਉਹ ਰੈਜ਼ਿਸਟੈਂਸ ਜਿਹੜੀ ਆ ਉਹ ਜ਼ੀਰੋ ਸ਼ੋ ਕਰ ਰਿਹਾ, ਮਤਲਬ ਸ਼ਾਰਟ ਸਰਕਟ ਸ਼ੋ ਕਰ ਰਿਹਾ ਹੈਗਾ। ਇਸ ਤਰ੍ਹਾਂ ਆਪਾਂ ਫਾਲਟ ਜਿਹੜਾ ਉਹ ਡਿਟੈਕਟ ਕਰ ਸਕਦੇ ਹਾਂ। ਅਤੇ ਫਾਲਟ ਪਿਆ ਕਿੱਥੇ ਜਾ ਕੇ ਆ, ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਕਿ ਉਹ ਆਪਾਂ ਅੱਗੇ ਪੜ੍ਹਨਾ ਹੈਗਾ ਕਿੰਨੇ ਡਿਸਟੈਂਸ 'ਤੇ ਜਾ ਕੇ ਆਪਾਂ ਫਾਲਟ ਨੂੰ ਚੈੱਕ ਕਰਨਾ ਅਤੇ ਉਹਨੂੰ ਰਿਮੂਵ ਕਰਨਾ ਹੈਗਾ। ਇਸ ਤਰ੍ਹਾਂ ਇਹ ਅੱਜ ਦਾ ਟੋਪਿਕ ਸੀਗਾ ਫਾਲਟਸ, ਟਾਈਪਸ ਆਫ ਫਾਲਟਸ ਓਵਰਹੈਡ ਲਾਈਨ ਦੇ ਵਿੱਚ ਅਤੇ ਅੰਡਰਗਰਾਊਂਡ ਦੇ ਵਿੱਚ ਕਿਹੜੇ ਫਾਲਟਸ ਪੈਂਦੇ ਹੈਗੇ ਆ।